ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਪਹਿਲਾਂ ਤੋਂ ਆਪਣੇ ਨਾਲ ਜੁੜੇ ਹੋਏ ਹਨ ਕਿ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਹੈ ਉਹ ਬਹੁਤ ਹੀ ਜਲਦ ਆਉਣ ਵਾਲੀ ਹੈ। ਮਈ ਮਹੀਨੇ ਵਿੱਚ ਜਿਹੜਾ ਤੁਹਾਡਾ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਾਵੇਗਾ ਅਤੇ 15 ਮਈ ਤੋਂ ਜਿਹੜੇ ਤੁਹਾਡੇ ਆਨਲਾਈਨ ਫਾਰਮ ਅਪਲਾਈ ਹੈ ਉਹ ਲਗਭਗ ਤਕਰੀਬਨ ਹੋਣੇ ਸ਼ੁਰੂ ਹੋ ਜਾਣਗੇ। ਅਤੇ ਜਿਹੜਾ ਇੱਕ ਨੋਟੀਫਿਕੇਸ਼ਨ ਹੁਣੇ ਜੇ ਵਾਇਰਲ ਹੋ ਰਿਹਾ ਸੀ ਉਹ ਬਿਲਕੁਲ ਫੇਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਰੇ ਸਟੂਡੈਂਟ ਇਸ ਹੀ ਭੰਬਲ ਭੁੱਸੇ ਵਿੱਚ ਹਨ। ਕਿਹੜੀ ਉਮਰ ਹੈ ਉਹ 28 ਸਾਲ ਹੀ ਰਹੇਗੀ ਜਾਂ 32 ਹੋਵੇਗੀ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ 2-3 ਦਿਨ ਪਹਿਲਾਂ ਇੱਕ ਨਿਊਜ਼ ਆਈ ਸੀ ਉਸ ਵਿੱਚ ਪੰਜਾਬ ਸਰਕਾਰ ਅਤੇ DGP ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਜਿਹੜੀ ਉਮਰ ਹੈ ਉਹ 18 ਤੋਂ 28 ਸਾਲ ਹੀ ਰਹੇਗੀ, ਸਬ ਇੰਸਪੈਕਟਰ ਦੇ ਲਈ ਵੀ ਅਤੇ ਕਾਂਸਟੇਬਲ ਦੇ ਲਈ ਵੀ। ਠੀਕ ਹੈ, ਦੋਨੇ ਹੀ ਭਰਤੀਆਂ ਜੋ ਵੀ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੋਹਾਂ ਦੇ ਲਈ ਜਿਹੜੀ ਉਮਰ ਹੈ ਉਹ 18 ਤੋਂ 28 ਸਾਲ ਹੀ ਰਹੇਗੀ। ਪਰੰਤੂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ CM ਸਾਹਿਬ ਨੇ ਕਿਹਾ ਸੀ ਕਿ ਉਹ ਜਿਹੜੀ DSP ਦੀ ਏਜ ਹੈ 32 ਸਾਲ ਕਰਨ ਜਾ ਰਹੇ ਹਨ, ਪਰੰਤੂ ਅਜਿਹਾ ਨਹੀਂ ਹੋ ਸਕਿਆ। ਜਿਹੜੀ DSP ਦੀ ਏਜ ਸੀ PCS ਦੇ ਪੇਪਰ ਵਿੱਚ ਉਹ 28 ਸਾਲ ਹੀ ਰਹੀ। ਅਤੇ ਉਸ ਤੋਂ ਬਾਅਦ ਜਿਹੜੇ ਹੁਣ ਸਾਰਿਆਂ ਨੂੰ ਆਸ ਸੀ ਕਿ ਸਬ ਇੰਸਪੈਕਟਰ ਜਾਂ ਪੁਲਿਸ ਸਿਪਾਹੀ ਦੀ ਜਿਹੜੀ ਉਮਰ ਹੈ ਉਹ 32 ਸਾਲ ਹੋਵੇਗੀ। ਹਾਲੇ ਤੱਕ ਤਾਂ ਇਸ ਦਾ ਕੋਈ ਵੀ ਨਤੀਜਾ ਨਹੀਂ ਨਿਕਲ ਸਕਿਆ। ਹਾਲ ਦੀ ਘੜੀ ਤੱਕ ਤਾਂ ਜਿਹੜੀ ਏਜ ਹੈ ਉਹ 28 ਸਾਲ ਹੀ ਹੈ, ਪਰੰਤੂ ਹਾਲੇ ਹੋਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਬਹੁਤ ਸਾਰੇ ਸਟੂਡੈਂਟ ਜਿਹੜੇ ਕਮੈਂਟ ਕਰ ਰਹੇ ਹਨ, ਟਵਿੱਟਰ 'ਤੇ ਵੀ ਜਿਹੜੇ ਬਾਰ-ਬਾਰ ਟਵੀਟ ਹੋ ਰਹੇ ਹਨ ਸਰਕਾਰ ਨੂੰ ਅਤੇ ਗੌਰਮੈਂਟ ਅਤੇ ਪੰਜਾਬ ਪੁਲਿਸ ਨੂੰ ਕਿ ਜਿਹੜੀ ਉਮਰ ਹੈ ਉਸ ਬਾਰੇ ਸੋਚਿਆ ਜਾਵੇ, ਵਿਚਾਰ ਕੀਤੇ ਜਾਵੇ। ਪਰੰਤੂ ਹਾਲੇ ਤੱਕ ਤਾਂ ਕੋਈ ਵੀ ਇਸ ਸੰਬੰਧੀ ਨਵੀਂ ਸੂਚਨਾ ਨਹੀਂ ਆਈ ਹੈ। ਪਰੰਤੂ ਹੋ ਸਕਦਾ ਹੈ ਕਿ ਸਰਕਾਰ ਜਾਂ ਪੁਲਿਸ ਇਸ ਬਾਰੇ ਵਿਚਾਰ ਕਰ ਸਕਦੀ ਹੈ ਕਿ ਕਾਂਸਟੇਬਲ ਜਾਂ ਸਬ ਇੰਸਪੈਕਟਰ ਦੀ ਜਿਹੜੀ ਉਮਰ ਹੈ ਉਹ ਵਧਾਈ ਜਾਵੇ। ਪਰੰਤੂ ਹਾਲੇ ਤੱਕ ਜਿਹੜੀ ਉਮਰ 28 ਸਾਲ ਹੀ ਹੈ। ਅਤੇ ਜਦੋਂ ਵੀ ਕੋਈ ਅਜਿਹਾ ਨੋਟੀਫਿਕੇਸ਼ਨ ਆਉਂਦਾ ਹੈ ਕਿ ਉਮਰ ਵਧਾਉਣ ਦੇ ਕੋਈ ਚਾਂਸ ਬਣਦੇ ਹਨ ਤਾਂ ਮੈਂ ਉਸ ਸੰਬੰਧੀ ਤੁਹਾਨੂੰ ਨਾਲ ਦੀ ਨਾਲ ਸੂਚਨਾ ਦੇ ਦੇਵਾਂਗਾ ਅਤੇ ਅਪਡੇਟ ਦੇ ਦੇਵਾਂਗਾ। ਇਸ ਲਈ ਜਿਹੜੇ ਪਹਿਲੀ ਵਾਰ ਚੈਨਲ 'ਤੇ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣ। ਠੀਕ ਹੈ, ਹੁਣ ਅੱਗੇ ਗੱਲ ਕਰਦੇ ਹਾਂ SC ਅਤੇ BC ਦੀ। ਬਹੁਤ ਸਾਰੇ ਸਟੂਡੈਂਟ ਬਾਰ-ਬਾਰ ਕਮੈਂਟ ਕਰਕੇ ਪੁੱਛ ਰਹੇ ਸਨ ਕਿ SC ਅਤੇ BC ਦੀ ਕੀ ਉਮਰ ਹੋਵੇਗੀ। ਜਿਵੇਂ ਕਿ ਤੁਸੀਂ ਹੁਣ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ, ਇਹ ਜਿਹੜਾ 2016 ਦੀ ਭਰਤੀ ਵਾਲਾ ਨੋਟੀਫਿਕੇਸ਼ਨ 'ਚੋਂ ਮੈਂ ਲਿਆ ਹੈ। ਠੀਕ ਹੈ, ਉਸ ਸਮੇਂ ਜਿਹੜੀ ਏਜ ਸੀ ਉਹ ਜਨਰਲ ਕੈਟਾਗਰੀ ਦੀ ਸੀ, ਜਿਹੜੀ ਉਹ 28 ਸਾਲ ਸੀ। ਠੀਕ ਹੈ, ਅਤੇ ਹੁਣ ਵੀ ਕਾਂਸਟੇਬਲ ਅਤੇ ਸਬ ਇੰਸਪੈਕਟਰ ਜਿਹੜੀ ਡਿਸਟ੍ਰਿਕਟ ਲੈਵਲ ਦੀ ਭਰਤੀ ਹੈ ਉਸ ਦੇ ਲਈ ਦੋਹਾਂ ਦੇ ਲਈ ਜਿਹੜੀ ਏਜ ਹੈ ਉਹ 18 ਤੋਂ 28 ਸਾਲ ਹੀ ਹੈ ਜਨਰਲ ਕੈਟਾਗਰੀ ਦੇ ਲਈ। ਹੁਣ ਗੱਲ ਕਰਦੇ ਹਾਂ SC ਅਤੇ BC। SC ਅਤੇ BC ਦੋਹਾਂ ਕੈਟਾਗਰੀਆਂ ਲਈ ਜਿਹੜੀ 5-5 ਸਾਲ ਦੀ ਜਿਹੜੀ ਏਜ ਰਿਲੈਕਸੇਸ਼ਨ ਹੈ ਉਹ ਮਿਲਦੀ ਹੈ। ਭਾਵ ਕਿ SC ਅਤੇ BC ਦੇ ਜਿੰਨੇ ਵੀ ਕੈਂਡੀਡੇਟ ਹਨ ਉਹ 33 ਸਾਲ ਦੇ 28 + 5 33 ਸਾਲ ਦੀ ਉਮਰ ਤੱਕ ਜਿਹੜੀ ਭਰਤੀ ਹੈ ਉਹ ਉਸ ਨੂੰ ਦੇਖ ਸਕਦੇ ਹੈ। ਠੀਕ ਹੈ, ਅਤੇ ਅੱਗੇ ਗੱਲ ਕਰਦੇ ਹਾਂ ਐਕਸ ਸਰਵਿਸਮੈਨ ਦੀ। ਜਿਹੜੇ ਐਕਸ ਸਰਵਿਸਮੈਨ ਹੈ ਉਹਨਾਂ ਦੀ ਲਿਮਿਟ ਕਿਆ ਹੈ? ਜਦੋਂ ਉਹ ਆਪਣੀ ਨੌਕਰੀ ਤੋਂ ਜਦੋਂ ਰਿਟਾਇਰ ਹੁੰਦੇ ਹੈ ਫੌਜ ਦੀ ਨੌਕਰੀ ਤੋਂ, ਉਸ ਤੋਂ ਬਾਅਦ 3 ਸਾਲ ਦੀ ਏਜ ਤੱਕ ਜਿਹੜੀ ਉਹ ਪੁਲਿਸ ਦੀ ਭਰਤੀ ਹੈ ਉਹ ਦੇਖ ਸਕਦੇ ਹੈ। ਇਹ 3 ਸਾਲ ਤੱਕ ਜਿਹੜੇ ਉਹ ਐਲੀਜੀਬਲ ਹੁੰਦੇ ਹੈ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਗੌਰਮੈਂਟ ਸਰਵੈਂਟ ਦੀ। ਮਤਲਬ ਜੋ ਕੋਈ ਵੀ ਪਹਿਲਾਂ ਚਾਹੇ ਕੋਈ ਪੰਜਾਬ ਸਰਕਾਰ ਦੀ ਨੌਕਰੀ ਕਰ ਰਿਹਾ ਹੋਵੇ, ਚਾਹੇ ਕੋਈ ਸੈਂਟਰ ਗੌਰਮੈਂਟ ਦੀ ਨੌਕਰੀ ਕਰ ਰਿਹਾ ਹੋਵੇ। ਠੀਕ ਹੈ, ਉਹਨਾਂ ਲਈ ਏਜ ਦਾ ਕ੍ਰਾਈਟੇਰੀਆ ਕੀ ਹੈ? ਉਹਨਾਂ ਨੂੰ ਵੀ ਜਿਹੜੀ ਗੌਰਮੈਂਟ ਹੈ ਉਹ 5 ਸਾਲ ਦੀ ਏਜ ਵਿੱਚ ਰਿਲੈਕਸੇਸ਼ਨ ਹੈ ਜਿਹੜੀ ਉਹ ਦਿੰਦੀ ਹੈ। ਠੀਕ ਹੈ, ਜਿੰਨੇ ਵੀ ਗੌਰਮੈਂਟ ਸਰਵੈਂਟ ਹਨ ਉਹਨਾਂ ਲਈ ਵੀ ਜਿਹੜੀ ਅਪਰ ਏਜ ਲਿਮਿਟ ਹੈ ਉਹ 33 ਸਾਲ ਹੋਵੇਗੀ। ਕਿੰਨੀ ਹੋਵੇਗੀ ਅਪਰ ਏਜ ਲਿਮਿਟ? 33 ਸਾਲ। ਠੀਕ ਹੈ, ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਜਨਰਲ ਦੇ ਲਈ ਕਾਂਸਟੇਬਲ ਅਤੇ ਸਬ ਇੰਸਪੈਕਟਰ 18 ਤੋਂ 28 ਸਾਲ ਅਤੇ SC ਅਤੇ BC ਦੋਹੇ ਕੈਟਾਗਰੀਆਂ ਦੇ ਲਈ ਜਿਹੜੀ ਏਜ ਲਿਮਿਟ ਹੈ ਉਹ 5 ਸਾਲ ਦੀ ਰਿਲੈਕਸੇਸ਼ਨ ਨਾਲ 33 ਸਾਲ ਤੱਕ ਚਲੀ ਜਾਂਦੀ ਹੈ। ਅਤੇ ਜਿਹੜੇ ਗੌਰਮੈਂਟ ਸਰਵੈਂਟ ਹੈ ਉਹਨਾਂ ਨੂੰ ਵੀ 33 ਸਾਲ ਤੱਕ ਜਿਹੜੇ ਉਹ ਅਪਲਾਈ ਇਸ ਨੂੰ ਕਰ ਸਕਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਏਜ ਲਿਮਿਟ ਕਦੋਂ ਤੱਕ ਮੈਜ਼ਰ ਕੀਤੀ ਜਾਵੇਗੀ। ਏਜ ਲਿਮਿਟ ਹੈ ਜਿਹੜੀ ਉਹ 1 ਜਨਵਰੀ 2001 ਤੱਕ ਮੈਜ਼ਰ ਕੀਤੀ ਜਾਵੇਗੀ। ਭਾਵ ਕਿ 1 ਜਨਵਰੀ 2001 ਤੱਕ ਤੁਹਾਡੇ 28 ਸਾਲ ਜਿਹੜੀ ਏਜ ਹੈ ਉਹ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ 18 ਤੋਂ 28 ਦੇ ਵਿੱਚ 1 ਜਨਵਰੀ 2021 ਦੇ ਤੱਕ ਜਿਹੜੀ ਹੋਣੀ ਚਾਹੀਦੀ ਹੈ। ਭਾਵ ਕਿ ਇਸ ਵਿੱਚ ਜਿਹੜੇ 1992 ਤੱਕ ਵਾਲੇ ਹਨ ਉਹ ਆ ਜਾਂਦੇ ਹਨ। 1991 ਵਾਲਾ ਜਿਹੜਾ ਉਹ ਓਵਰਏਜ ਹੋ ਜਾਵੇਗਾ। 1992 ਤੋਂ ਹੇਠਲੇ ਜਿਹੜੇ ਉਹ ਕੈਂਡੀਡੇਟ ਇਸ ਵਿੱਚ ਆ ਜਾਂਦੇ ਹਨ। ਠੀਕ ਹੈ, ਹੁਣ ਅੱਗੇ ਗੱਲ ਕਰਦੇ ਹਾਂ ਫਿਜ਼ੀਕਲ ਦੀ। ਫਿਜ਼ੀਕਲ ਵਿੱਚ ਕੀ ਕੀ ਛੋਟ ਹੋਵੇਗੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਵੇਂ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੋਨਾਂ ਨੂੰ 1600 ਮੀਟਰ ਦੀ ਦੌੜ ਜਿਹੜੀ ਕਿ 6.5 ਮਿੰਟ ਵਿੱਚ ਪੂਰੀ ਕਰਨੀ ਹੁੰਦੀ ਹੈ, ਮੁੰਡਿਆਂ ਦੀ ਗੱਲ ਕਰ ਰਿਹਾ ਇੱਥੇ ਮੈਂ, ਅਤੇ ਲੰਬੀ ਛਾਲ ਅਤੇ ਉੱਚੀ ਛਾਲ, ਇਹ ਜਿਹੜੇ 3 ਫਿਜ਼ੀਕਲ ਹੁੰਦੇ ਹਨ। ਠੀਕ ਹੈ, ਇਸ ਵਿੱਚ ਜਿਹੜੇ SC ਅਤੇ BC ਦੇ ਕੈਂਡੀਡੇਟ ਹਨ ਉਹਨਾਂ ਨੂੰ ਕੋਈ ਵੀ ਛੂਟ ਨਹੀਂ ਹੋਵੇਗੀ।
ਉਹਨਾਂ ਨੂੰ ਵੀ ਜਨਰਲ ਵਾਂਗ ਹੀ ਸੇਮ 1600 ਮੀਟਰ ਦੀ ਦੌੜ ਜਿਹੜੀ 6.5 ਮਿੰਟ ਵਿੱਚ ਹੀ ਕੱਢਣੀ ਹੋਵੇਗੀ ਅਤੇ ਲੰਬੀ ਛਾਲ ਅਤੇ ਉੱਚੀ ਛਾਲ ਵੀ ਬਿਲਕੁਲ ਸੇਮ ਹੋਵੇਗੀ। ਠੀਕ ਹੈ, ਇਸ ਵਿੱਚ SC ਅਤੇ BC ਨੂੰ ਜਿਹੜੀ ਕੋਈ ਛੋਟ ਨਹੀਂ ਹੋਵੇਗੀ। ਅੱਗੇ ਗੱਲ ਕਰਦੇ ਹਾਂ ਜਿਹੜੀ ਹਾਈਟ ਦੇ ਲਈ, ਜਿਵੇਂ ਕਿ ਜਨਰਲ ਕੈਂਡੀਡੇਟ ਦੇ ਲਈ ਮਤਲਬ ਕਿ ਜਿਹੜੇ ਹਾਈਟ ਹੈ ਉਹਨਾਂ ਦੀ 5 ਫੁੱਟ 7 ਇੰਚ ਜਿਹੜੀ ਮਿਨੀਮਮ, ਕਾਂਸਟੇਬਲ ਦੇ ਲਈ ਅਤੇ ਸਬ ਇੰਸਪੈਕਟਰ ਦੇ ਲਈ ਮੇਲਸ ਕੈਂਡੀਡੇਟ ਹੈ ਜਿਹੜੇ ਉਹਨਾਂ ਦੀ ਰੱਖੀ ਗਈ ਹੈ। ਅਤੇ ਫੀਮੇਲਸ ਕੈਂਡੀਡੇਟਾਂ ਦੀ ਜਿਵੇਂ ਇਸ ਵਾਰ 1 ਇੰਚ ਘਟਾ ਕੇ 5 ਫੁੱਟ 2 ਇੰਚ ਕਰ ਦਿੱਤੀ ਗਈ ਹੈ। ਇਹ ਸਾਰੀ ਜਿਹੜੀ ਇਹ ਜਨਰਲ ਕੈਟਾਗਰੀ ਲਈ ਹੈ। ਅਤੇ ਉਸ ਤੋਂ ਇਲਾਵਾ SC ਅਤੇ BC ਨੂੰ ਵੀ ਇਸ ਵਿੱਚ ਕੋਈ ਛੋਟ ਨਹੀਂ ਹੈ। SC ਅਤੇ BC ਨੂੰ ਵੀ ਜਿਹੜੀ 5 ਫੁੱਟ 2 ਇੰਚ ਕੁੜੀਆਂ ਦੇ ਲਈ ਅਤੇ ਮੁੰਡਿਆਂ ਦੇ ਲਈ 5 ਫੁੱਟ 7 ਇੰਚ ਸੇਮ ਹੀ ਹਾਈਟ ਦੋਨਾਂ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੋਨਾਂ ਪੇਪਰਾਂ ਦੇ ਲਈ ਜਿਹੜੀ ਸੇਮ ਹੀ ਹੋਵੇਗੀ। ਠੀਕ ਹੈ, ਇੱਕ ਗੱਲ ਇੱਥੇ ਮੈਂ ਤੁਹਾਨੂੰ ਹੋਰ ਦੱਸ ਦਵਾਂ, ਬਹੁਤ ਸਾਰੇ ਸਟੂਡੈਂਟ ਬਾਰ-ਬਾਰ ਕਮੈਂਟ ਕਰਕੇ ਪੁੱਛ ਰਹੇ ਸਨ ਕਿ ਅਸੀਂ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੋਨਾਂ ਦਾ ਪੇਪਰ ਅਪਲਾਈ ਕਰ ਸਕਦੇ ਹਾਂ। ਮੈਂ ਤੁਹਾਨੂੰ ਦੱਸ ਦੇਵਾਂ, ਜੇਕਰ ਤੁਸੀਂ ਐਲੀਜੀਬਲ ਹੋ, ਭਾਵ ਕਿ ਤੁਸੀਂ ਗ੍ਰੈਜੂਏਟ ਹੋ, ਤਾਂ ਤੁਸੀਂ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੋਨਾਂ ਦਾ ਪੇਪਰ ਹੈ ਤੁਸੀਂ ਜਿਹੜਾ ਉਹ ਅਪਲਾਈ ਕਰ ਸਕਦੇ ਹੋ, ਬਸ਼ਰਤੇ ਕਿ ਇਹ ਤੁਹਾਡੀ ਉਮਰ ਜਿਹੜੀ 18 ਤੋਂ 28 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਤੁਸੀਂ ਕਾਂਸਟੇਬਲ ਦਾ ਫਾਰਮ ਵੀ ਅਪਲਾਈ ਕਰ ਸਕਦੇ ਹੋ ਅਤੇ ਸਬ ਇੰਸਪੈਕਟਰ ਦਾ ਫਾਰਮ ਵੀ। ਠੀਕ ਹੈ, ਜਿਵੇਂ ਕਿ ਇੱਥੇ ਮੈਂ ਹੁਣ ਤੁਹਾਨੂੰ ਦੱਸ ਦਿੱਤਾ ਕਿ SC ਅਤੇ BC ਨੂੰ ਸਿਰਫ ਅਤੇ ਸਿਰਫ ਏਜ ਵਿੱਚ ਛੋਟ ਹੈ, ਨਾ ਹੀ ਉਹਨਾਂ ਨੂੰ ਫਿਜ਼ੀਕਲ ਮੈਜ਼ਰਮੈਂਟ ਵਿੱਚ ਕੋਈ ਛੋਟ ਹੋਵੇਗੀ ਅਤੇ ਨਾ ਹੀ ਉਹਨਾਂ ਨੂੰ ਜਿਹੜਾ ਹਾਈਟ ਵਿੱਚ ਕੋਈ ਛੋਟ ਹੋਵੇਗੀ। ਠੀਕ ਹੈ, ਇਸ ਤੋਂ ਇਲਾਵਾ ਇੱਕ ਛੋਟ ਜਿਹੜੀ ਉਹਨਾਂ ਨੂੰ ਹੋਰ ਮਿਲ ਜਾਂਦੀ ਹੈ, ਜਿਵੇਂ ਕਿ ਜਿਹੜੇ SC ਅਤੇ BC ਵਾਲੇ ਕੈਂਡੀਡੇਟ ਹੁੰਦੇ ਹਨ ਉਹਨਾਂ ਦਾ ਜਿਹੜਾ ਪੇਪਰ ਵਿੱਚ ਥੋੜ੍ਹਾ ਜਿਹਾ ਉਹਨਾਂ ਨੂੰ ਬੈਨੀਫਿਟ ਹੋ ਜਾਂਦਾ ਹੈ ਕਿ ਜਨਰਲ ਕੈਟਾਗਰੀ ਦੀ ਜਿਹੜੀ ਮੈਰਿਟ ਹੈ ਉਹ ਕਾਫੀ ਹਾਈ ਜਾਂਦੀ ਹੈ ਅਤੇ SC ਦੀ ਔਰ BC ਦੀ ਜਿਹੜੀ ਮੈਰਿਟ ਹੈ ਉਹ ਥੋੜ੍ਹੀ ਉਹਨਾਂ ਤੋਂ ਘੱਟ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਦਾ ਜਿਹੜਾ ਬੈਨੀਫਿਟ ਹੈ ਇਹ ਮਿਲ ਜਾਂਦਾ ਹੈ। ਉਸ ਤੋਂ ਇਲਾਵਾ ਹੋਰ ਕੋਈ ਬੈਨੀਫਿਟ ਨਹੀਂ ਹੈ। ਠੀਕ ਹੈ, ਹੋਰ ਜਿੰਨੇ ਵੀ ਤੁਹਾਡੀਆਂ ਕੁਐਰੀ ਹਨ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਕਿਸੇ ਸਟੂਡੈਂਟ ਨੂੰ ਕਿਸੇ ਤਰ੍ਹਾਂ ਦੀ ਕੁਐਰੀ ਹੈ ਉਹ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਕੁਐਰੀ ਤੁਹਾਡੇ ਕਮੈਂਟ ਵਿੱਚ ਤੁਹਾਡਾ ਆਨਸਰ ਦੇ ਦੇਵਾਂ ਅਤੇ ਜਾਂ ਫਿਰ ਕੋਈ ਅਗਲੀ ਵੀਡੀਓ ਵਿੱਚ ਮੈਂ ਉਸਦੇ ਜਿਹੜੇ ਸੰਬੰਧ ਵਿੱਚ ਤੁਹਾਨੂੰ ਜਿਹੜਾ ਉਸਦਾ ਜਵਾਬ ਤੁਹਾਨੂੰ ਮਿਲ ਜਾਵੇਗਾ। ਠੀਕ ਹੈ, ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਮਈ ਮਹੀਨੇ ਤੱਕ ਜਿਹੜਾ ਤੁਹਾਡਾ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਾਣਾ ਹੈ, ਪੇਪਰ ਤੁਹਾਡਾ ਲਿਖਤੀ ਹੋਣਾ ਹੈ, ਇਸ ਲਈ ਸਾਰੇ ਜਣੇ ਲਗਾਤਾਰ ਹੁਣ ਤਿਆਰੀ ਕਰਦੇ ਰਹੋ। ਅਤੇ ਇਸੇ ਸੰਬੰਧੀ ਅਸੀਂ ਆਪਣੇ ਚੈਨਲ ਉੱਤੇ GK ਦੀਆਂ ਜਿਹੜੀਆਂ ਤੁਹਾਡੀ ਤਿਆਰੀ ਹੈ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੋਨਾਂ ਦੇ ਪੇਪਰ ਦੇ ਲਈ ਆਰਮਡ ਅਤੇ PAP ਅਤੇ ਡਿਸਟ੍ਰਿਕਟ ਦੇ ਲੈਵਲ ਦੇ ਜੋ ਪੇਪਰ ਹੁੰਦਾ ਹੈ ਉਸ ਦੇ ਲਈ ਅਸੀਂ ਤੁਹਾਡੀ ਤਿਆਰੀ ਜਿਹੜੀ ਸ਼ੁਰੂ ਕਰਵਾਈ ਹੋਈ ਹੈ। ਪੰਜਾਬ GK ਦੀਆਂ 6-7 ਜਿਹੜੀਆਂ ਵੀਡੀਓ ਉਹ ਚੈਨਲ ਉੱਤੇ GK ਫॉर ਪੰਜਾਬ ਪੁਲਿਸ ਦੇ ਪਲੇਲਿਸਟ ਜਿਹੜੀ ਉਸ ਦੇ ਰੂਪ ਵਿੱਚ ਪਈਆਂ ਹਨ, ਉੱਥੇ ਤੁਸੀਂ 6-7 ਵੀਡੀਓ ਜਿਹੜੀਆਂ ਉਹ ਦੇਖ ਸਕਦੇ ਹੋ। ਇਸ ਤੋਂ ਇਲਾਵਾ ਲਗਾਤਾਰ ਅਸੀਂ ਹੁਣ ਤੁਹਾਡੀ ਕੰਟੀਨਿਊ ਜਿਹੜੀ ਤਿਆਰੀ ਕਰਵਾਉਂਦੇ ਰਹਾਂਗੇ ਅਤੇ ਤੁਹਾਡੀ ਇੰਨੀ ਕੁ ਤਿਆਰੀ ਕਰਵਾ ਦੇਵਾਂਗੇ ਕਿ ਤੁਸੀਂ ਪੰਜਾਬ ਪੁਲਿਸ ਦਾ ਜਿਹੜਾ ਕਾਂਸਟੇਬਲ ਦਾ ਪੇਪਰ ਹੈ ਉਹ ਬਹੁਤ ਹੀ ਆਸਾਨੀ ਨਾਲ ਕਲੀਅਰ ਕਰ ਸਕੋ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਤੁਸੀਂ ਆਪਣੀ ਤਿਆਰੀ ਚੰਗੀ ਤਰ੍ਹਾਂ ਕਰ ਸਕੋ। ਇਸ ਤੋਂ ਇਲਾਵਾ ਸਾਡਾ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ ਉਹਨਾਂ ਨੂੰ ਵੀ ਜੁਆਇਨ ਕਰ ਲਿਓ ਤਾਂ ਕਿ ਤੁਹਾਡੇ ਜਿਹੜੇ ਹੋਰ ਅਪਡੇਟ ਹੈ ਉਹ ਸਾਰੇ ਤੁਹਾਨੂੰ ਸਮੇਂ-ਸਮੇਂ 'ਤੇ ਮਿਲਦੇ ਰਹਿਣ। ਹੁਣ ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ 'ਚ ਕਿਸੇ ਹੋਰ ਇਨਫੋਰਮੇਸ਼ਨ ਨਾਲ। ਤਦ ਤੱਕ ਲਈ ਧੰਨਵਾਦ।